ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ 50 ਸੂਬਿਆਂ ਦੇ ਵਿੱਚੋਂ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸੋਨੀਆ ਗਾਂਧੀ ਦੇ ਵੱਲੋਂ ਬੁਲਾ ਲਈ ਗਈ ਹੈ। ਇਸ ਬੈਠਕ ਦੇ ਵਿੱਚ ਕੀ ਕੁਝ ਗੱਲਬਾਤ ਹੋਣੀ ਹੈ, ਕਦੋਂ ਇਹ ਬੈਠਕ ਹੋਣੀ ਹੈ, ਕੀ ਮਕਸਦ ਇਸ ਬੈਠਕ ਦਾ, ਤੇ ਨਾਲ ਹੀ ਨਾਲ ਕੀ ਇਸ ਬੈਠਕ ਦੇ ਵਿੱਚ ਜਿਵੇਂ ਕੱਲ ਤੋਂ ਚਰਚਾਵਾਂ ਨੇ ਕਿ ਸੋਨੀਆ ਗਾਂਧੀ, ਪ੍ਰਿयंका ਗਾਂਧੀ ਤੇ ਰਾਹੁਲ ਗਾਂਧੀ ਆਪਣੇ ਅਸਤੀਫੇ ਜਿਹੜੇ ਦੇ ਸਕਦੇ ਨੇ, ਤਾਂ ਉੱਥੇ ਹੀ ਨਿਗਾਹਾਂ ਇੱਧਰ ਵੀ ਨੇ ਕਿ ਨਵਜੋਤ ਸਿੰਘ ਸਿੱਧੂ ਤੋਂ ਵੀ ਪ੍ਰਧਾਨਗੀ ਦੇ ਜਿਹੜਾ ਅਸਤੀਫਾ ਲਿਆ ਜਾਊਗਾ ਕਿ ਇਹ ਸਿਰਫ ਚਰਚਾਵਾਂ ਹੀ ਨੇ। ਸੱਚਾਈ ਕੀ ਹੈ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਾਂਗਰਸ ਨੂੰ ਹੁਣ ਨਵਜੋਤ ਸਿੰਘ ਸਿੱਧੂ ਦੀ ਇੱਕ ਵਾਰ ਫਿਰ ਤੋਂ ਯਾਦ ਆਈ ਹੈ। ਹੁਣ ਕਿਹਾ ਜਾ ਰਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਹੁੰਦੇ ਅੱਗੇ ਤਾਂ ਸ਼ਾਇਦ ਇੰਨੀ ਵੱਡੀ ਹਾਰ ਨਾ ਹੁੰਦੀ। ਕੌਣ ਕਹਿ ਰਿਹਾ? ਚਰਨਜੀਤ ਸਿੰਘ ਚੰਨੀ ਤੇ ਹੋਰ ਵੱਡੇ ਕੀ ਇਲਜ਼ਾਮ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਲਗਾਏ ਗਏ ਨੇ, ਇਸ ਤੇ ਗੱਲਬਾਤ ਕਰਾਂਗੇ ਕਿ ਵਾਕਈ ਸੁਨੀਲ ਜਾਖੜ ਹੋਰਾਂ ਦੀ ਜਿਹੜੀ ਇਹ ਗੱਲ ਹੈ, ਜੇ ਨਵਜੋਤ ਸਿੱਧੂ ਹੁੰਦੇ ਅੱਗੇ ਤਾਂ ਹਾਲਾਤ ਕੁਝ ਹੋਰ ਹੁੰਦੇ, ਵਾਕਈ ਇਹ ਸਹੀ ਗੱਲ ਹੈ ਜਾਂ ਸਿਰਫ ਇੱਕ ਕਲਪਨਾ ਹੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕੁਝ ਹੋਰ ਵੀ ਬਹੁਤ ਸਾਰੀਆਂ ਖਬਰਾਂ ਤੇ, ਜਿਵੇਂ ਅੱਜ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਰੋਡ ਸ਼ੋਅ ਕੀਤਾ ਜਾਣਾ, ਧੰਨਵਾਦੀ ਦੌਰਾ ਕੀਤਾ ਜਾਣਾ, ਉਸ ਤੇ ਵੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੈ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ। ਇਹ ਜਿਹੜੀ ਬੈਠਕ ਹੋਣੀ ਹੈ ਤੇ ਉਸ ਬੈਠਕ ਤੋਂ ਪਹਿਲਾਂ G23 ਦੇ ਨੇ ਵੀ ਆਪਣੀ ਇੱਕ ਬੈਠਕ ਕੀਤੀ ਹੈ ਗੁਲਾਮ ਨਬੀ ਆਜ਼ਾਦ ਦੇ ਘਰ ਦੇ ਵਿੱਚ। ਕਿਵੇਂ ਦੇਖਦੇ ਹੋ, ਕੀ ਕੁਝ ਰਹਿਣ ਵਾਲਾ ਇਸ ਬੈਠਕ ਦੇ ਵਿੱਚ? ਹਾਲਾਂਕਿ ਅਸਤੀਫਿਆਂ ਦੇ ਉੱਪਰ ਜਿਹੜੀ ਖਬਰ ਆ ਰਹੀ ਸੀ, ਉਹਨਾਂ ਨੂੰ ਤਾਂ ਕਾਂਗਰਸ ਨੇ ਨਕਾਰ ਦਿੱਤਾ ਹੈ ਕਿ ਗਾਂਧੀ ਪਰਿਵਾਰ ਅਸਤੀਫੇ ਨਹੀਂ ਦਊਗਾ, ਤਾਂ ਦੂਜੇ ਪਾਸੇ G23 ਨੇ ਵੀ ਆਪਣੀ ਰਣਨੀਤੀ ਘੜੀ ਹੈ। ਕੀ ਕੁਝ ਇਸ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਰਹਿ ਸਕਦਾ ਕਿ ਅਸਤੀਫਿਆਂ ਜਿਹੜੀ ਲੱਗ ਸਕਦੀ ਹੈ ਜਾਂ ਰੋਕੀ ਜਾ ਸਕਦੀ ਹੈ? ਜੇ ਨਹੀਂ ਰੋਕੀ ਜਾ ਸਕਦੀ ਤਾਂ ਕਿਹਦੇ ਅਸਤੀਫੇ ਜਿਹੜੇ ਆ ਸਕਦੇ ਆ? ਸੁਖਵਿੰਦਰ ਜੀ, ਇਸ ਵੇਲੇ ਕਾਂਗਰਸ ਨੂੰ ਸਿਰਫ ਮੀਟਿੰਗ ਦੀ ਲੋੜ ਨਹੀਂ ਹੈ, ਉਹਨੂੰ ਮੰਥਨ ਦੀ ਲੋੜ ਹੈ। ਮੰਥਨ ਮਤਲਬ ਉਹਨਾਂ ਨੂੰ ਇੱਕ ਇੱਕ ਚੀਜ਼ ਨੂੰ ਬਰੀਕੀ ਨਾਲ ਵੇਖਣ ਦੀ, ਘੋਖਣ ਦੀ, ਸਮਝਣ ਦੀ, ਪਰਖਣ ਦੀ ਲੋੜ ਹੈ। ਜੇਕਰ ਉਹ ਨਹੀਂ ਕਰਦੀ, ਇਸ ਵੇਲੇ ਕੱਲੀਆਂ ਮੀਟਿੰਗਾਂ ਤੱਕ ਹੀ ਸੀਮਿਤ ਰਹਿ ਜਾਏਗੀ, ਕਿਸੇ ਦਾ ਅਸਤੀਫਾ ਲੈ ਲਿਆ, ਕਿਸੇ ਨੂੰ ਪ੍ਰਧਾਨ ਬਣਾਤਾ, ਕਿਸੇ ਨੂੰ ਉਤਾਰਤਾ, ਜੇਕਰ ਇਦਾਂ ਦੀਆਂ ਗੱਲਾਂ ਤੱਕ ਸੀਮਿਤ ਰਹੇਗੀ ਕਾਂਗਰਸ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ, ਖਾਸ ਤੌਰ ਤੇ 24 ਦੀ ਮੈਂ ਗੱਲ ਕਰ ਰਿਹਾ, 24 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜੋ ਹਾਲ ਪਿਛਲੇ 2 ਵਾਰੀ ਲੋਕ ਸਭਾ ਦੀਆਂ ਚੋਣਾਂ 'ਚ ਹੋਇਆ ਕਾਂਗਰਸ ਦਾ, ਉਸ ਤੋਂ ਵੀ ਭੈੜਾ ਹਾਲ ਹੋਣ ਦੀਆਂ ਸੰਭਾਵਨਾਵਾਂ ਦਿਖ ਰਹੀਆਂ ਨੇ ਇਸ ਵੇਲੇ ਕਾਂਗਰਸ ਦੀਆਂ ਨੈਸ਼ਨਲ ਲੈਵਲ ਤੇ। ਸੋ ਇਸ ਕਰਕੇ ਕਾਂਗਰਸ ਨੂੰ ਇਹ ਚਾਹੀਦਾ ਹੈ ਕਿ ਭਾਈ, ਜਿੱਥੇ ਸਾਡੀਆਂ ਵੱਡੀਆਂ ਘਾਟਾਂ, ਕਮਜ਼ੋਰੀਆਂ ਰਹੀਆਂ ਨੇ, ਵੱਡੀ ਗੱਲ ਉਹਨਾਂ ਦੀ ਕਮਜ਼ੋਰੀ ਇਹ ਹੈ ਕਿ ਇਸ ਵੇਲੇ ਉਹਨਾਂ ਕੋਲੇ ਇੱਕ ਨੈਸ਼ਨਲ ਲੈਵਲ ਦੀ ਜਿਹੜੀ ਪਾਰਟੀ ਹੋਣ ਕਰਕੇ ਜਥੇਬੰਦਕ ਢਾਂਚਾ ਨਹੀਂ ਹੈ ਉਹਨਾਂ ਕੋਲੇ। ਬੂਥ ਲੈਵਲ ਤੱਕ ਜਿਹੜਾ ਹੈਗਾ ਢਾਂਚਾ ਹੋਣਾ ਚਾਹੀਦਾ ਸੀ ਨੈਸ਼ਨਲ ਲੈਵਲ ਦਾ, ਉਹ ਨਹੀਂ ਹੈ। ਦੂਸਰਾ ਹੈ ਕਿ ਜਿਹੜੇ ਉਹਨਾਂ ਦੇ ਵੱਡੇ ਲੀਡਰ ਸੀਗੇ, ਜਿਵੇਂ ਤੁਸੀਂ G23 ਦੀ ਗੱਲ ਕੀਤੀ ਹੈ, ਜਾਂ ਹੋਰ ਜਿਹੜੇ ਉਹਨਾਂ ਦੇ ਨੈਸ਼ਨਲ ਲੈਵਲ ਦੇ ਵੱਡੇ ਲੀਡਰ ਨੇ, ਉਹਨਾਂ ਨੇ ਖੁੱਡੇ ਲੈਣ ਲਾਇਆ ਹੋਇਆ, ਔਰ ਇਸ ਕਰਕੇ ਇਹਨਾਂ ਦੇ ਵਿੱਚ ਵਿਰੋਧ ਤੁਹਾਨੂੰ ਦਿਖਾਈ ਦੇਗਾ। ਲਗਾਤਾਰ ਵਲੰਟੀਅਰ ਜਿਹੜੇ ਨੇ ਉਹ ਬਾਕੀ ਦੂਜੀਆਂ ਪਾਰਟੀਆਂ ਜਾ ਰਹੇ ਨੇ, ਕੋਈ ਬੀਜੇਪੀ ਜਾ ਰਿਹਾ, ਕੋਈ ਦੂਸਰੀਆਂ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਜਿਹੜੀ ਹੈਗੀ ਇਸ ਵੇਲੇ ਘਾਤ ਲਗਾਈ ਬੈਠੀ ਹੈ ਕਾਂਗਰਸ ਦੇ ਉੱਤੇ, ਔਰ ਉਹਨਾਂ ਦੀ ਸਭ ਤੋਂ ਵੱਡੀ ਕੋਸ਼ਿਸ਼ ਬੀਜੇਪੀ ਦੀ ਇਸ ਵੇਲੇ ਇਹੀ ਹੁੰਦੀ ਹੈ, ਚਾਹੇ ਉਹ ਪੰਜਾਬ ਹੋਵੇ ਚਾਹੇ ਨੈਸ਼ਨਲ ਹੋਵੇ, ਕਿ ਕਾਂਗਰਸ ਨੂੰ ਖਤਮ ਕਰਨਾ ਹੈ, ਔਰ ਇਸ ਦੇ ਵਿੱਚ ਕਾਮਯਾਬ ਵੀ ਹੋਈ ਹੈ ਬੀਜੇਪੀ। ਔਰ ਚਾਹੇ ਪੰਜਾਬ ਦੀ ਆਪਾਂ ਗੱਲ ਕਰੀਏ, ਪੰਜਾਬ ਦੇ ਬਹੁਤ ਸਾਰੇ ਵੱਡੇ ਲੀਡਰ, ਤੁਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਦੇਖ ਲਓ, ਥੱਲੜੇ ਲੈਵਲ ਤੱਕ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਤੁਸੀਂ ਯੂਪੀ ਦੇਖ ਲਓ, ਉੱਤਰਾਖੰਡ ਦੇਖ ਲਓ, ਮਨੀਪੁਰ ਦੇਖ ਲਓ, ਜਾਂ ਹੋਰ ਜਿੰਨੀਆਂ ਵੀ ਸਟੇਟਾਂ ਪਿਛਲੇ ਦਿਨਾਂ ਦੇ ਵਿੱਚ, ਬੰਗਾਲ ਦੇਖ ਲਓ, ਜਦੋਂ ਉੱਥੇ ਬੁਰੀ ਤਰ੍ਹਾਂ ਹਾਰੀ ਸੀ ਕਾਂਗਰਸ। ਸੋ ਕਹਿਣ ਦਾ ਮਤਲਬ ਹੈ ਕਿ ਚਾਹੇ ਪਿਛਲੀਆਂ 5 ਸਟੇਟਾਂ ਦੀਆਂ ਚੋਣਾਂ ਹੋਣ, ਇਹ ਵੀ ਹੈ ਡਾਕਟਰ ਸਾਹਿਬ ਕਿ ਕਾਂਗਰਸ ਸਿਰਫ ਹਾਰ ਹੀ ਨਹੀਂ ਰਹੀ, ਬਲਕਿ ਬੁਰੇ ਤਰੀਕੇ ਦੇ ਨਾਲ ਹਾਰ ਰਹੀ ਹੈ ਜਿੱਥੋਂ ਵੀ ਹਾਰ ਰਹੀ। ਬਿਲਕੁਲ ਯੂਪੀ ਦੇ ਵਿੱਚ ਤੁਸੀਂ ਦੇਖ ਲਓ। ਇਸ ਕਰਕੇ ਇਸ ਵਾਰੀ 16 ਬੰਦਿਆਂ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋਈਆਂ ਨੇ, ਔਰ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਦੁਬਾਰਾ ਸੱਤਾ 'ਚ ਆ ਜਾਾਂਗੇ, ਦੁਬਾਰਾ ਅਸੀਂ ਕਾਂਗਰਸ ਲਿਆਉਣੀ ਹੈ, ਯਾਨੀ ਕਿ ਵੱਡੇ ਪੱਧਰ ਦੇ ਉੱਤੇ ਹਾਰੀ ਵੀ ਹੈ ਔਰ ਜ਼ਮਾਨਤਾਂ ਤੱਕ ਜ਼ਬਤ ਹੋਈਆਂ ਨੇ। ਇਹੀ ਗੱਲ ਤੁਸੀਂ ਉੱਤਰ ਪ੍ਰਦੇਸ਼ ਦੀ ਲੈ ਲਓ, ਇਹੀ ਗੱਲ ਐਤਕੀ ਤੁਸੀਂ ਉੱਤਰਾਖੰਡ ਦੀ ਲੈ ਲਓ,
ਮਨੀਪੁਰ, ਗੋਆ, ਯਾਨੀ ਕਿ ਕੋਈ ਐਸਾ ਸਟੇਟ ਨਹੀਂ ਹੈ ਪਿਛਲੀਆਂ ਜਿਹੜੀਆਂ 10 ਸਟੇਟਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 6 ਮਹੀਨਿਆਂ ਦੇ ਵਿੱਚ ਚੋਣਾਂ ਹੋਈਆਂ ਨੇ, ਔਰ 10 ਸਟੇਟਾਂ ਦੇ ਵਿੱਚ ਕੋਈ ਬਹੁਤੀ ਵੱਡੀ ਪਰਫਾਰਮੈਂਸ ਨਹੀਂ ਦਿਖਾ ਸਕੀ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ 2 ਸਟੇਟਾਂ ਬਚਦੀਆਂ ਨੇ, ਛੱਤੀਸਗੜ੍ਹ ਔਰ ਰਾਜਸਥਾਨ। ਜੇਕਰ ਇਹਨਾਂ 2 ਸਟੇਟਾਂ ਦੇ ਵਿੱਚੋਂ ਵੀ ਬਚਾਉਣਾ ਹੈ ਤਾਂ ਲਾਜ਼ਮੀ ਤੌਰ ਤੇ ਸੀਰੀਅਸ ਹੋਣਾ ਪਏਗਾ ਕਾਂਗਰਸ ਨੂੰ, ਖਾਸ ਤੌਰ ਤੇ ਹਾਈ ਕਮਾਂਡ ਨੂੰ, ਸਾਰਿਆਂ ਨੂੰ ਮੰਥਨ ਕਰਨਾ ਪਏਗਾ, G20 ਵਾਲਿਆਂ ਨੂੰ ਨਾਲ ਬਿਠਾਉਣਾ ਪਏਗਾ, ਉਹਨਾਂ ਦੀਆਂ ਸਮੱਸਿਆਵਾਂ, ਉਹਨਾਂ ਦੇ ਸੁਝਾਅ ਸੁਣਨੇ ਪੈਣਗੇ, ਫਿਰ ਤਾਂ ਕੋਈ ਨਵਾਂ ਰਸਤਾ ਲੱਭ ਸਕਦਾ ਹੈ। ਜੇਕਰ ਇਸੇ ਤਰ੍ਹਾਂ ਹੀ ਜਿਹੜਾ ਰਵੱਈਆ ਰਿਹਾ ਖਾਸ ਤੌਰ ਤੇ ਨਹਿਰੂ ਪਰਿਵਾਰ ਦਾ, ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਛੇਤੀ ਇੱਕ ਇਤਿਹਾਸ ਦਾ ਪੰਨਾ ਬਣ ਕੇ ਕਾਂਗਰਸ ਹਿੰਦੁਸਤਾਨ ਦੇ ਵਿੱਚ ਰਹਿ ਜਾਏਗੀ। ਸੋ ਇਸ ਕਰਕੇ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਹ ਯਾਦ ਕਰਿਆ ਕਰਨ ਕਿ ਕਾਂਗਰਸ ਹੁੰਦੀ ਸੀ, ਕਾਂਗਰਸ ਕਿਸੇ ਵੇਲੇ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਰਾਜ ਕਰਦੀ ਸੀ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਇਸ ਵੇਲੇ ਨਾਜ਼ੁਕ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਕਾਂਗਰਸ। ਉਹਨੂੰ ਸੀਰੀਅਸ ਹੋਣਾ ਪਏਗਾ, ਮੰਥਨ ਕਰਨਾ ਪਏਗਾ ਔਰ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਪਏਗਾ। ਜਿਹੜੇ ਉਹ ਵੀ ਇਹ ਮੁੱਦਾ ਚੱਕ ਸਕਦੇ ਨੇ ਕਿ ਗਾਂਧੀ ਪਰਿਵਾਰ ਨੂੰ ਬੈਕਸਟੈਪ ਕਰ ਜਾਣਾ ਚਾਹੀਦਾ। ਬਿਲਕੁਲ ਬਿਲਕੁਲ, ਦੇਖੋ ਜੇਕਰ ਸਭ ਤੋਂ ਵੱਡਾ ਨੁਕਸਾਨ ਕਾਂਗਰਸ ਦਾ ਕੀਤਾ ਹੈ ਉਹ ਪਰਿਵਾਰਵਾਦ ਨੇ ਕੀਤਾ ਹੈ। ਤੁਸੀਂ ਪਿਛਲੇ 100 ਸਾਲ ਦੀ ਹਿਸਟਰੀ ਚੱਕ ਲਓ, ਤੁਸੀਂ ਦੇਖਿਆ ਹੋਵੇਗਾ ਕਿ ਜਵਾਹਰ ਲਾਲ ਨਹਿਰੂ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਉਹ ਪ੍ਰਧਾਨ ਸੀਗੇ, ਫਿਰ ਨਹਿਰੂ ਸਾਹਿਬ ਬਣੇ, ਪ੍ਰਧਾਨ ਮੰਤਰੀ ਬਣੇ, ਫਿਰ ਸ਼੍ਰੀਮਤੀ ਇੰਦਰਾ ਗਾਂਧੀ ਜੀ, ਫਿਰ ਰਾਜੀਵ ਗਾਂਧੀ ਜੀ, ਫਿਰ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਪ੍ਰਿयंका ਗਾਂਧੀ ਜੀ। ਯਾਨੀ ਕਿ ਇੱਕੋ ਪਰਿਵਾਰ ਨੇ ਐਸਾ ਗਲਬਾ ਪਾਇਆ ਹੋਇਆ ਹੈ ਜਿਹੜਾ ਕਿ ਸਾਰਾ ਪੂਰਾ 100 ਸਾਲ ਦੀ ਪੁਰਾਣੀ ਹਿਸਟਰੀ ਜਿਹੜੀ ਹੈਗੀ ਹੈ ਕਾਂਗਰਸ ਦੀ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਇਹਦਾ ਮਤਲਬ ਇੱਕੋ ਹੀ ਪਰਿਵਾਰ ਸਾਰਾ ਸਭ ਤੋਂ ਸਿਆਣਾ ਹੈ। ਸੋ ਇਸ ਨੂੰ ਸਮਝਣ ਦੀ ਲੋੜ ਹੈ। ਇਸ ਵੇਲੇ ਭਾਰਤ ਦੇ ਲੋਕ, ਹਿੰਦੁਸਤਾਨ ਦੇ ਲੋਕ ਬਦਲਾਅ ਚਾਹ ਰਹੇ ਨੇ, ਚੇਂਜ ਚਾਹ ਰਹੇ ਨੇ, ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਚਾਹ ਰਹੇ ਨੇ। ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਪੰਜਾਬ ਦੇ ਵਿੱਚ ਕਿਵੇਂ ਉਹਨਾਂ ਨੇ ਜਿੱਤੀ ਹੋਈ ਬਾਜ਼ੀ ਹਾਰੀ ਹੈ, ਕਿਵੇਂ ਉਹਨਾਂ ਨੇ ਚੰਗੇ ਲੋਕਾਂ ਨੂੰ ਖੁੱਡੇ ਲੈਣ ਲਾਇਆ ਔਰ ਮਾਫੀਆ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਜਿਹਦਾ ਨਤੀਜਾ ਆਪਾਂ ਸਾਰੇ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਲਗਾਤਾਰ ਇਹ ਗੱਲਾਂ ਸਰ ਲੋਕ ਮੰਨਦੇ ਵੀ ਜਾ ਰਹੇ ਨੇ। ਜਿਵੇਂ ਸੁਨੀਲ ਜਾਖੜ ਦੇ ਆਪਾਂ ਬਿਆਨ ਦੀ ਗੱਲ ਕਰੀਏ ਤਾਂ ਸੁਨੀਲ ਜਾਖੜ ਜਿਹੜੇ ਉਹ ਗੱਲ ਕਹਿ ਰਹੇ ਨੇ ਕਿ ਭਾਈ ਜੇਕਰ ਨਵਜੋਤ ਸਿੰਘ ਸਿੱਧੂ ਸੀਐਮ ਦਾ ਚਿਹਰਾ ਹੁੰਦੇ ਤਾਂ ਜਿਹੜੀ ਆਪ ਦੀ ਬਦਲਾਵ ਦੀ ਹਨੇਰੀ ਜਿਹੜੀ ਇੰਨੇ ਬੁਰੇ ਤਰੀਕੇ ਦੇ ਨਾਲ ਚੱਲੀ ਹੈ, ਜਿਹੜੀ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਸੀਟਾਂ ਲੈ ਗਈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਅੰਦਰ 92 ਸੀਟਾਂ ਕਹਿੰਦੇ ਲੈ ਗਈ ਹੈ, ਇਹ ਜਿਹੜੀ ਬਦਲਾਅ ਦੀ ਹਨੇਰੀ ਸੀ, ਜੇਕਰ ਨਵਜੋਤ ਸਿੰਘ ਸਿੱਧੂ ਸੀਐਮ ਦਾ ਚਿਹਰਾ ਹੁੰਦੇ ਤਾਂ ਸ਼ਾਇਦ ਇਹ ਬਦਲਾਅ ਦੀ ਹਨੇਰੀ ਨਹੀਂ ਸੀ ਇੰਨੇ ਤਰੀਕੇ ਦੇ ਨਾਲ ਚੱਲਣੀ। ਉਹ ਕਹਿੰਦੇ ਕਿ ਘੱਟੋ ਘੱਟ ਨਵਜੋਤ ਸਿੰਘ ਸਿੱਧੂ ਤੇ ਨਾ ਤਾਂ ਕੋਈ ਕਰਪਸ਼ਨ ਦਾ ਇਲਜ਼ਾਮ ਹੈ, ਨਾ ਕੋਈ ਹੋਰ ਤਰੀਕੇ ਦਾ ਇਲਜ਼ਾਮ ਹੈ, ਨਾ ਹੀ ਉਹਨਾਂ ਦੇ ਨਾਲ ਬਾਦਲਾਂ ਦੀ ਗਾਂਠ ਸਾਂਠ ਦਾ ਇਲਜ਼ਾਮ ਹੈ। ਇਹਦਾ ਮਤਲਬ ਉਹ ਕਹਿੰਦੇ ਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਹੀ ਦੇਖ ਕੇ ਜਿਹੜੀ ਸਰਕਾਰ ਬਣੀ ਹੈ, ਤਾਂ ਫਿਰ ਦੂਜੇ ਪਾਸੇ ਇਹ ਵੀ ਕਹਿ ਸਕਦੇ ਹਾਂ ਕਿ ਸਿੱਧੇ ਤੌਰ ਤੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਤੇ ਕਰਪਸ਼ਨ ਦੇ ਤੇ ਬਾਦਲਾਂ ਦੇ ਨਾਲ ਮਿਲੀ ਭੁਗਤ ਦੇ ਫਿਰ ਇਲਜ਼ਾਮ ਲਗਾਤੇ ਨੇ। ਬਿਲਕੁਲ, ਇਹ ਤਾਂ ਦੇਖੋ ਹੈਗੇ ਸੀਗੇ, ਚਾਹੇ ਚੰਨੀ ਸਾਹਿਬ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਜੀ ਹੋਣ, ਜਿਨ੍ਹਾਂ 2 ਮੁੱਖ ਮੰਤਰੀਆਂ ਨੇ ਸੱਤਾ ਸੰਭਾਲੀ ਹੈ, ਉਹਨਾਂ ਦੇ 25-75 ਜਿਹੜੀ ਹੈਗੀ ਆ ਗੇਮ ਚੱਲਦੀ ਸੀ, ਆਪਾਂ ਸਾਰੇ ਜਾਣਦੇ ਹਾਂ। ਔਰ ਨਵਜੋਤ ਸਿੰਘ ਸਿੱਧੂ ਨੇ ਵੱਡਾ ਮੁੱਦਾ ਉਠਾਇਆ ਸੀ ਕਿਸੇ ਵੇਲੇ ਕਿ ਭਾਈ ਕੋਈ ਬਦਲਾਅ ਨਹੀਂ ਆਇਆ, 25-75 ਦੀ ਗੇਮ ਚੱਲ ਰਹੀ ਹੈ। ਔਰ ਤੁਸੀਂ ਦੇਖੋਗੇ ਕਿ ਚੰਨੀ ਸਾਹਿਬ ਜਦੋਂ ਸੱਤਾ 'ਚ ਆਏ ਨੇ ਉਸ ਵੇਲੇ ਵੀ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਰਹੇ ਨੇ ਕਿ ਇਸ ਨੂੰ ਬਦਲੋ, ਸਿਸਟਮ ਨੂੰ ਬਦਲੋ, ਨਹੀਂ ਤਾਂ ਅਸੀਂ ਮਾਰ ਖਾ ਜਾਾਂਗੇ। ਇਹੀ ਤਾਂ ਗੱਲਾਂ ਉਹ ਬਾਰ-ਬਾਰ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ, ਜਿਹਦੇ ਕਰਕੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸੋ ਉਦੋਂ ਤਾਂ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਨਹੀਂ ਸੁਣੀਆਂ ਹਾਈ ਕਮਾਂਡ ਨੇ ਕੀ ਕੋਸ਼ਿਸ਼ ਕੀਤੀ ਕਿ ਇੱਥੇ ਤਾਂ ਭਾਈ ਜਾਤ ਪਾਤੀ ਪੱਤਾ ਚਲਾ ਕੇ ਦੇਖੋ, ਇੱਥੇ ਦਲਿਤ ਪੱਤਾ ਚਲਾ ਕੇ ਦੇਖੋ, ਚੰਨੀ ਨੂੰ ਇੱਕ ਗਰੀਬ ਮੰਤਰੀ ਦੇ ਤੌਰ ਤੇ ਪੇਸ਼ ਕਰੋ, ਗਰੀਬ ਬੰਦੇ ਦੇ ਤੌਰ ਤੇ ਪੇਸ਼ ਕਰੋ, ਜਿਹੜੇ ਕਿ ਲੋਕਾਂ ਨੂੰ ਬੁੱਧੂ ਬਣਾ ਰਹੇ ਸੀਗੇ। ਔਰ ਕੀ ਹੋਇਆ, ਨਤੀਜਾ ਕੀ ਨਿਕਲਿਆ ਕਿ ਜਿਹੜਾ ਤੁਹਾਡਾ ਇੰਜਨ ਹੀ 2 ਸੀਟਾਂ ਨਹੀਂ ਜਿੱਤ ਸਕਿਆ, ਆਪਣੀਆਂ ਸੀਟਾਂ ਨਹੀਂ ਬਚਾ ਸਕਿਆ, ਉਹ ਪਾਰਟੀ ਨੂੰ ਕੀ ਬਚਾ ਲੂਗਾ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡਾ ਸੀ। ਆਪਾਂ ਤੁਹਾਨੂੰ ਯਾਦ ਹੋਏਗਾ ਸੁਖਿੰਦਰ ਜੀ, ਆਪਾਂ ਉਸ ਦਿਨ ਵੀ ਇਹ ਗੱਲ ਕਹੀ ਸੀਗੀ ਜਿੱਦਣ ਚੰਨੀ ਸਾਹਿਬ ਨੂੰ ਅਨਾਉਂਸ ਕੀਤਾ ਸੀਗਾ ਔਰ ਨਵਜੋਤ ਸਿੰਘ ਸਿੱਧੂ ਨੂੰ ਖੁੱਡੇ ਲੈਣ ਲਾਇਆ ਸੀਗਾ, ਔਰ ਉਹਨਾਂ ਦੀ ਬਿਲਕੁਲ ਸਟੇਜ ਤੇ ਬੈਠੇ ਹੀ ਉਹਨਾਂ ਨੂੰ ਕਹਿਤਾ ਸੀ ਵੀ ਤੁਹਾਡੀ ਭਾਈ ਸਾਨੂੰ ਲੋੜ ਨਹੀਂ ਹੈ। ਸੋ ਕਹਿਣ ਦਾ ਮਤਲਬ ਹੈ ਕਿ ਉਸ ਦਿਨ ਵੀ ਆਪਾਂ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਜਿਹੜੀ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਰਹੇ ਹਾਂ, ਉਸ ਗੱਲਬਾਤ ਦੇ ਉੱਪਰ ਖੁਦ ਸੁਨੀਲ ਜਾਖੜ ਨੇ ਮੋਹਰ ਲਾਈ ਹੈ, ਕਿਉਂਕਿ ਆਪਾਂ ਲਗਾਤਾਰ ਇਹੀ ਗੱਲ ਕਹਿੰਦੇ ਰਹੇ ਹਾਂ ਕਿ ਆਮ ਲੋਕਾਂ ਦੇ ਵਿੱਚ ਜਾਈਏ ਤਾਂ ਆਮ ਲੋਕ ਜਿਹੜੇ 2 ਹੀ ਚਿਹਰਿਆਂ ਨੂੰ ਜ਼ਿਆਦਾ ਪਸੰਦ ਕਰ ਰਹੇ ਸੀ। ਇੱਕ ਤਾਂ ਨਵਜੋਤ ਸਿੰਘ ਸਿੱਧੂ ਸੀ ਤੇ ਦੂਜਾ ਭਗਵੰਤ ਸਿੰਘ ਮਾਨ ਸੀ।
ਤੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਸਾਈਡ ਤੇ ਕਰਤਾ ਤੇ ਉਹ ਜਿਹੜੇ ਲੋਕ ਸੀ ਉਹ ਭਗਵੰਤ ਸਿੰਘ ਮਾਨ ਦੇ ਆਲੇ ਦੁਆਲੇ ਇਕੱਠੇ ਹੋ ਕੇ ਪੰਜਾਬ ਦੇ ਲੋਕ ਜਿਹੜੇ ਬਦਲਾਅ ਬਿਲਕੁਲ ਨੂੰ ਚਾਹੁੰਦੇ ਬਿਲਕੁਲ ਸੀ। ਤੇ ਜਦੋਂ ਜਦੋਂ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨ ਦਿੱਤਾ ਤਾਂ ਉਸ ਤੋਂ ਬਾਅਦ ਜਦੋਂ ਕਾਂਗਰਸ ਨੇ ਸੀਐਮ ਚਿਹਰਾ ਐਲਾਨਣਾ ਸੀ, ਆਪਾਂ ਉਦੋਂ ਵੀ ਲਗਾਤਾਰ ਇਹੀ ਗੱਲਬਾਤ ਕਹਿੰਦੇ ਰਹੇ ਹਾਂ ਕਿ ਜੇਕਰ ਇਸ ਵਕਤ ਭਗਵੰਤ ਸਿੰਘ ਮਾਨ ਦੀ ਕੋਈ ਕਾਟ ਹੈਗੀ ਹੈ ਤਾਂ ਉਹ ਸਿਰਫ ਔਰ ਸਿਰਫ ਨਵਜੋਤ ਸਿੰਘ ਸਿੱਧੂ ਹੈ। ਔਰ ਸਿਰਫ ਭਗਵੰਤ ਮਾਨ ਦੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੀ ਵੀ ਜੇਕਰ ਕਾਟ ਸੀ ਉਹ ਵੀ ਨਵਜੋਤ ਸਿੰਘ ਸਿੱਧੂ ਹੀ ਸੀ। ਤੇ ਜਦੋਂ ਰਾਹੁਲ ਗਾਂਧੀ ਨੇ ਪੰਜਾਬ ਆਉਣਾ ਸੀ, ਆਪਾਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਰਾਹੁਲ ਗਾਂਧੀ ਪੰਜਾਬ ਆ ਕੇ ਇਹ ਡਿਸਾਈਡ ਕਰਨਗੇ ਕਿ ਸਰਕਾਰ ਉਹਨਾਂ ਦੇ ਫੈਸਲੇ ਦੇ ਨਾਲ ਉਹਨਾਂ ਨੇ ਦੇਖਣਾ ਹੈ ਕਿ ਮੈਂ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਬਣਵਾਉਣੀ ਹੈ ਜਾਂ ਫਿਰ ਕਾਂਗਰਸ ਦੀ ਬਣਵਾਉਣੀ ਹੈ। ਤੇ ਜਦੋਂ ਉਹ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਚਿਹਰਾ ਅਨਾਉਂਸ ਕਰ ਗਏ ਤਾਂ ਆਪਾਂ ਉਦੋਂ ਹੀ ਸ਼ਾਮ ਨੂੰ ਪ੍ਰੋਗਰਾਮ ਡਾਕਟਰ ਸਾਹਿਬ ਕੀਤਾ ਸੀ ਕਿ ਰਾਹੁਲ ਗਾਂਧੀ ਡਿਸਾਈਡ ਕਰ ਗਏ ਨੇ ਕਿ ਸਰਕਾਰ ਜਿਹੜੀ ਹੈ ਉਹ ਆਪ ਦੀ ਬਣਾਉਣੀ ਹੈ। ਤੇ ਉਸੇ ਤਰੀਕੇ ਦੇ ਰਿਜ਼ਲਟ ਆਏ ਤੇ ਉਹੀ ਗੱਲਾਂ ਆਪਣੀਆਂ ਤੇ ਹੁਣ ਸੁਨੀਲ ਜਾਖੜ ਵੀ ਜਿਹੜੇ ਮੋਹਰ ਲਗਾਉਂਦੇ ਨਜ਼ਰ ਆ ਰਹੇ ਨੇ। ਬਿਲਕੁਲ, ਦੇਖੋ ਸੂਨਰ ਔਰ ਲੇਟਰ ਇਹ ਗੱਲ ਕਾਂਗਰਸ ਨੂੰ ਸਮਝਣੀ ਪਏਗੀ ਕਿ ਸਾਨੂੰ ਉਹਨਾਂ ਲੋਕਾਂ ਨੂੰ ਅੱਗੇ ਲਿਆਉਣਾ ਪਏਗਾ ਜਿਹੜੇ ਪੰਜਾਬ ਨਾਲ ਜਾਂ ਹਿੰਦੁਸਤਾਨ ਨਾਲ ਪਿਆਰ ਕਰਨ ਵਾਲੇ ਲੋਕ ਨੇ, ਨਾ ਕਿ ਮਾਫੀਆ ਵਾਲੇ ਲੋਕ, ਨਾ ਕਿ ਜਿਹੜੇ ਅਮੀਰ ਲੋਕ ਨੇ, ਜਿਹੜੇ ਕਿ ਲੋਕਾਂ ਤੋਂ ਟੁੱਟੇ ਹੋਏ ਲੋਕ ਨੇ, ਗਰੀਬਾਂ ਤੋਂ ਟੁੱਟੇ ਹੋਏ ਲੋਕ ਨੇ, ਆਮ ਲੋਕਾਂ ਤੋਂ ਦੂਰ ਜਾਣ ਵਾਲੇ ਲੋਕ ਨੇ। ਜੇਕਰ ਤੁਸੀਂ ਉਹਨਾਂ ਲੋਕਾਂ ਨੂੰ ਦੁਬਾਰਾ ਫਿਰ ਅੱਗੇ ਕਰੋਗੇ, ਇਹਨਾਂ ਚੋਣਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਇਹ ਗੱਲ ਕਹਿੰਦੇ ਰਹੇ ਕਿ ਭਾਈ ਮਾਫੀਆ ਨੂੰ ਟਿਕਟਾਂ ਨਾ ਦਿਓ। ਇਹਨਾਂ ਲੋਕਾਂ ਦੇ ਉੱਤੇ, ਜਿਨ੍ਹਾਂ ਲੋਕਾਂ ਦੇ ਉੱਤੇ ਦਾਗ ਲੱਗੇ ਹੋਏ ਨੇ, ਮਾਫੀਆ ਦੇ ਦਾਗ ਨੇ ਜਾਂ ਹੋਰ ਕਰਪਸ਼ਨ ਦੇ ਦਾਗ ਨੇ ਜਾਂ 25-75 ਦੀ ਗੇਮ ਵਾਲੇ ਦਾਗ ਨੇ, ਉਹਨਾਂ ਨੂੰ ਤੁਸੀਂ ਟਿਕਟਾਂ ਨਾ ਦਿਓ। ਪਰ ਹੋਇਆ ਕਿ ਟਿਕਟਾਂ ਉਹਨਾਂ ਲੋਕਾਂ ਨੂੰ ਹੀ ਦਿੱਤੀਆਂ ਗਈਆਂ ਔਰ ਜਿਹਨਾਂ ਦੇ ਬਾਰੇ ਆਪਾਂ ਸਾਰੇ ਜਾਣਦੇ ਸੀਗੇ। ਆਪਾਂ ਲਗਾਤਾਰ ਆਪਣੇ ਪ੍ਰੋਗਰਾਮਾਂ 'ਚ ਕਹਿੰਦੇ ਰਹੇ ਕਿ ਭਾਈ ਟਿਕਟਾਂ ਤੁਸੀਂ ਸੋਚ ਸਮਝ ਕੇ ਦਿਓ, ਨਵੇਂ ਬੰਦਿਆਂ ਨੂੰ ਅੱਗੇ ਲੈ ਕੇ ਆਓ, ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆਓ। ਔਰ ਨਵਜੋਤ ਸਿੰਘ ਸਿੱਧੂ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਨਵੇਂ ਚਿਹਰਿਆਂ ਨੂੰ ਅੱਗੇ ਲਿਆਵਾਂਗੇ, ਨੌਜਵਾਨਾਂ ਨੂੰ ਅੱਗੇ ਲੈ ਕੇ ਆਵਾਂਗੇ, ਪਰ ਉਹਨਾਂ ਦੀ ਚੱਲਣ ਨਹੀਂ ਦਿੱਤੀ ਔਰ ਨਤੀਜਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਜਿਸ ਮਕਸਦ ਦੇ ਉੱਤੇ ਲੜ ਰਹੇ ਸੀ, ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹੀ ਲੀਡਰ ਜਿਹੜੇ ਆ ਕਿ ਉਸ ਟਾਈਮ ਕਹਿ ਰਹੇ ਸੀ ਕਿ ਸੁਨੀਲ ਜਾਖੜ ਜਿਹੜੇ ਕਹਿ ਰਹੇ ਸੀ ਕਿ ਭਾਈ ਚਰਨਜੀਤ ਸਿੰਘ ਚੰਨੀ ਨੂੰ ਹੀ ਸੀਐਮ ਚਿਹਰਾ ਬਣਾਉਣਾ ਚਾਹੀਦਾ, ਚੱਲਦੀ ਜੰਗ ਦੇ ਵਿੱਚ ਘੋੜੇ ਨਹੀਂ ਬਦਲੇ ਜਾਂਦੇ, ਤਾਂ ਫਿਰ ਉਦੋਂ ਇਹ ਗੱਲਾਂ ਕਹਿੰਦੇ ਸੀ। ਤੇ ਜਦੋਂ ਹੁਣ ਕਾਂਗਰਸ ਹਾਰ ਗਈ, ਹੁਣ ਇਦਾਂ ਦੀਆਂ ਗੱਲਾਂ ਕਹਿਣ ਲੱਗੇ, ਇਹਨਾਂ ਨੂੰ ਉਦੋਂ ਕਿਉਂ ਨਾ ਚੇਤਾ ਆਇਆ ਕਿ ਸਾਨੂੰ ਉਦੋਂ ਹੀ ਇਹ ਗੱਲ ਕਰਨੀ ਚਾਹੀਦੀ ਸੀ ਤੇ ਹਾਰ ਤੋਂ ਬਾਅਦ ਹੁਣ ਇਹਨਾਂ ਗੱਲਾਂ ਕਰਨ ਦਾ ਕੋਈ ਮਕਸਦ ਹੀ ਹੈ ਨਹੀਂ। ਬਿਲਕੁਲ, ਹੁਣ ਤਾਂ ਦੇਖੋ ਤੁਸੀਂ ਸੱਪ ਲੰਘ ਗਿਆ, ਹੁਣ ਤੁਸੀਂ ਲੀਕ ਨੂੰ ਕੁੱਟੀ ਜਾਂਦੇ ਹੋ, ਕੋਈ ਕੁਝ ਨਹੀਂ ਨਿਕਲਣਾ ਉਹਦੇ ਵਿੱਚੋਂ। ਸੋ ਹੁਣ ਤਾਂ ਹੈਗਾ ਕਿ ਮੰਥਨ ਤੁਸੀਂ ਕਰ ਸਕਦੇ ਹੋ, ਸੋਚ ਸਮਝ ਕੇ ਆਪਣਾ ਜਿਹੜਾ ਹੈਗਾ ਵਿਚਾਰ, ਜਿਹੜੇ ਅਗਲੀ ਰਣਨੀਤੀ ਬਣਾਉਣੀ ਹੈ। ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਤੁਸੀਂ ਡੈਮੇਜ ਕੰਟਰੋਲ ਕਰਨਾ ਹੈ ਤਾਂ ਤੁਹਾਨੂੰ ਬਹੁਤ ਬਰੀਕੀ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਸਮਝਣਾ ਪਏਗਾ, ਲੋਕਾਂ ਦੀ ਸਾਈਕੀ ਨੂੰ ਸਮਝਣਾ ਪਏਗਾ, ਲੋਕਾਂ ਦੀ ਸੋਚ ਨੂੰ ਸਮਝਣਾ ਪਏਗਾ। ਲੋਕ ਪੂਰੇ, ਮੈਂ ਇਸ ਵੇਲੇ ਇਹ ਨਹੀਂ ਕਿ ਪੰਜਾਬ ਨੇ ਤਾਂ ਇੱਕ ਬਦਲਾਅ ਦੀ ਸ਼ੁਰੂਆਤ ਕੀਤੀ ਹੈ, ਇਹ ਬਦਲਾਅ ਹੌਲੀ ਹੌਲੀ ਹਰਿਆਣੇ 'ਚ ਵੀ ਜਾਏਗਾ। ਇਹ ਬਦਲਾਅ ਹੌਲੀ ਹੌਲੀ ਨਹੀਂ ਕੀਤੀ, ਪੰਜਾਬ ਨੇ ਪੂਰਨ ਤਰੀਕੇ ਦੇ ਨਾਲ ਹੀ ਬਦਲਾਅ ਕਰਤਾ, ਪੂਰਨ ਤਰੀਕੇ ਨਾਲ ਬਦਲ ਕੇ ਰੱਖ ਦਿੱਤਾ। ਇਦਾਂ ਕਹਿ ਸਕਦੇ ਸੀ ਜੇ ਨਾ ਰਵਾਇਤੀ ਲੀਡਰ, ਜਿਹੜੇ ਵੱਡੇ ਲੀਡਰ ਸੀਗੇ, ਜੇਕਰ ਉਹ ਆਪਣੇ ਚਿਹਰਿਆਂ ਦੇ ਦਮ ਤੇ ਜਿੱਤ ਜਾਂਦੇ ਜਾਂ ਆਪਣੇ ਬਹੁਤੇ ਨਾਮ ਦੇ ਦਮ ਤੇ ਜਿੱਤ ਜਾਂਦੇ ਤਾਂ ਸ਼ਾਇਦ ਆਪਾਂ ਕਹਿੰਦੇ ਕਿ ਬਦਲਾਅ ਨਹੀਂ ਹੈ। ਤਾਂ ਪਰ ਇਸ ਵਾਰ ਜਿਸ ਤਰੀਕੇ ਦੇ ਨਾਲ ਵੱਡੇ ਚਿਹਰਾ ਕੋਈ ਵੀ ਨਹੀਂ ਜਿੱਤਿਆ ਤੇ ਉਹਨਾਂ ਨੂੰ ਹਰਾਇਆ ਵੀ ਆਮ ਲੋਕਾਂ ਨੇ, ਤਾਂ ਇਸ ਨੂੰ ਤਾਂ ਆਪਾਂ ਪੂਰਨ ਤਰੀਕੇ ਦੇ ਨਾਲ ਹੀ ਬਦਲਾਅ ਜਿਹੜਾ ਕਹਿ ਸਕਦੇ ਆ। ਬਿਲਕੁਲ ਨਵਾਂ ਪੰਜਾਬ ਆਪਾਂ ਇਹਨੂੰ ਕਹਿ ਸਕਦੇ ਆ। ਹੁਣ ਨਵੇਂ ਪੰਜਾਬ ਨੂੰ ਨਵੇਂ ਸਿਰਿਓਂ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਚਲਾਉਂਦੀ ਹੈ, ਇਹ ਵੀ ਦੇਖਣ ਵਾਲੀ ਗੱਲ ਹੈ। ਬਿਲਕੁਲ ਬਿਲਕੁਲ, ਉਹ ਹੁਣ ਬਾਅਦ ਦੀਆਂ ਗੱਲਾਂ ਨਹੀਂ, ਪਰ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਨੂੰ ਜਾਂ ਸੁਨੀਲ ਜਾਖੜ ਸਾਹਿਬ ਨੂੰ ਜਾਂ ਹੋਰ ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ, ਉਹਨਾਂ ਨੂੰ ਇਹ ਗੱਲ ਸਮਝਣੀ ਪਏਗੀ ਕਿ ਜੇਕਰ ਤੁਸੀਂ ਬਦਲਾਅ ਨੂੰ ਰੋਕਣ ਦੀ ਕੋਸ਼ਿਸ਼ ਕਰੋਗੇ, ਉਹਦੇ ਵਿੱਚ ਕੋਈ ਨਾ ਕੋਈ ਇਦਾਂ ਦੇ ਅੜਿੱਕੇ ਉਡਾਓਗੇ ਕਿ ਭਾਈ ਅਸੀਂ ਪੁਰਾਣਾ ਪੱਤਾ ਕੋਈ ਖੇਡ ਕੇ ਦਲਿਤ ਪੱਤਾ ਖੇਡ ਦੋ, ਧਰਮ ਦਾ ਪੱਤਾ ਖੇਡ ਲਓ। ਜਿਹੜੇ ਕਿ ਸੁਨੀਲ ਜਾਖੜ ਜੀ ਵੀ ਕਈ ਵਾਰੀ ਇਹ ਗੱਲ ਕੋਸ਼ਿਸ਼ ਕਰਦੇ ਆ ਦੱਸਣ ਦੀ ਕਿ ਜੀ ਦੇਖੋ ਜੀ ਹਿੰਦੂ ਦਾ ਮੈਂ ਹਿੰਦੂ ਹੋਣ ਕਰਕੇ ਜਿਹੜਾ ਹੈਗਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਇਹ ਪੰਜਾਬ ਦੇ ਵਿੱਚ ਨਹੀਂ ਚੱਲਦਾ। ਇਹ ਗੱਲ ਨੂੰ ਸਮਝਣੀ ਪੈਣਾ ਹੈ ਕਾਂਗਰਸ ਨੂੰ ਕਿ ਨਾ ਤਾਂ ਇੱਥੇ ਧਰਮ ਦਾ ਪੱਤਾ ਚੱਲੇ, ਨਾ ਇੱਥੇ ਜਾਤ ਪਾਤ ਦਾ ਪੱਤਾ ਚੱਲੇ, ਇੱਥੇ ਵਿਕਾਸ ਦਾ ਪੱਤਾ ਚੱਲਣਾ ਹੈ ਕਿ ਤੁਸੀਂ ਲੋਕਾਂ ਨੂੰ ਸਹੂਲਤਾਂ ਕੀ ਦਿੰਦੇ ਹੋ, ਤੁਹਾਡੇ ਕੋਲੇ ਕੀ ਮਾਡਲ ਹੈ, ਕੀ ਤੁਹਾਡੇ ਕੋਲੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਮਾਡਲ ਹੈ ਕਿ ਤੁਸੀਂ ਉਸ ਨੂੰ ਲਾਗੂ ਕਰ ਸਕਦੇ ਹੋ।
ਫਿਰ ਤਾਂ ਕੋਈ ਗੱਲ ਕਰੋ। ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਬਾਰ-ਬਾਰ ਕਰ ਰਹੇ ਸੀਗੇ ਕਿ ਮਾਡਲ ਲੈ ਕੇ ਆਓ ਭਾਈ, ਕਿ ਮਾਡਲ ਦੱਸੋ ਦੱਸੋ ਕੀ ਮਾਡਲ ਹੈ। ਜਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਸੁਨੀਲ ਜਾਖੜ ਕਿ ਹੁਣ ਸੰਗਰੂਰ ਦੀ ਜਿਮਨੀ ਚੋਣ ਆ ਜਾਣੀ ਹੈ, ਜਿਵੇਂ ਭਗਵੰਤ ਮਾਨ ਨੇ ਸਹੁੰ ਚੁੱਕਣੀ ਹੈ ਤੇ ਉਹਨਾਂ ਨੇ ਐਮਪੀਸ਼ਿਪ ਤੋਂ ਜਿਹੜਾ ਅਸਤੀਫਾ ਦੇ ਦੇਣਾ ਤੇ ਚੋਣ ਜਿਹੜੀ ਹੈ ਉੱਥੋਂ ਦੀ ਆ ਜਾਣੀ ਹੈ, ਤੇ ਕਹਿੰਦੇ ਉੱਤੇ ਡੇਰੇ ਲਾ ਲਓ ਪੱਕੇ ਤੇ ਜਿੱਤਣ ਦੀ ਕੋਸ਼ਿਸ਼ ਕਰੋ, ਤੇ ਨਾਲ ਹੀ ਨਾਲ ਉਹ ਕਹਿੰਦੇ ਕਿ ਜੇ ਪ੍ਰਧਾਨ ਬਦਲਣਾ ਛੇਤੀ ਬਦਲ ਦਿਓ। ਲੱਗਦਾ ਕਿ ਪ੍ਰਧਾਨ ਬਦਲਿਆ ਜਾ ਸਕਦਾ? ਦੇਖੋ, ਜੇਕਰ ਪ੍ਰਧਾਨ ਬਦਲਣਗੇ ਤਾਂ ਨੁਕਸਾਨ ਮੈਨੂੰ ਲੱਗਦਾ ਕਿ ਜਿਹੜੀਆਂ ਮਾੜੀਆਂ ਮੋਟੀਆਂ ਵੋਟਾਂ ਪੈਣਗੀਆਂ ਹੋਰ ਉਸ ਤੋਂ ਵੀ ਜਾਣਗੇ, ਕਿਉਂਕਿ ਤੁਸੀਂ ਮੈਂ ਉਹੀ ਗੱਲ ਕਰਨ ਦੀ ਕੋਸ਼ਿਸ਼ ਕਰਨਾ। ਹੁਣ ਸਮਾਂ ਇਹ ਨਹੀਂ ਹੈ ਕਿ ਫਲਾਣੇ ਨੂੰ ਬਦਲ ਦਿਓ, ਫਲਾਣੇ ਨੂੰ ਨਾ ਬਦਲੋ। ਹੁਣ ਇਹ ਮੰਥਨ ਕਰਨ ਦਾ ਦੌਰ ਹੈ ਕਿ ਮੰਥਨ ਇਹੀ ਕਰਨਾ ਚਾਹੀਦਾ ਕਿ ਭਾਈ ਜੇਕਰ ਅਸੀਂ ਇੱਥੇ ਪਹੁੰਚੇ ਹਾਂ, ਜੇਕਰ ਪੰਜਾਬ ਦੇ ਲੋਕਾਂ ਨੇ ਤੁਹਾਡੇ ਜਿਹੜੇ ਨੇ ਛੜਯੰਤਰ ਨੇ ਉਹ ਨਹੀਂ ਚੱਲਣ ਦਿੱਤੇ, ਚਾਹੇ ਤੁਸੀਂ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ, ਚਾਹੇ ਤੁਸੀਂ ਜਾਤਾਂ ਦੇ ਨਾਂ ਦੇ ਉੱਤੇ, ਚਾਹੇ ਤੁਸੀਂ ਦਲਿਤ ਪੱਤੇ ਨੂੰ ਖੇਡਣ ਦੀ ਕੋਸ਼ਿਸ਼ ਕੀਤੀ, ਉਹ ਤੁਹਾਡੇ ਪੱਤੇ ਹੁਣ ਨਹੀਂ ਚੱਲਣਗੇ, ਉਹ ਛੜਯੰਤਰ ਤੁਹਾਡੇ ਨਹੀਂ ਚੱਲਣਗੇ। ਸੋ ਇਸ ਕਰਕੇ ਜੇ ਤਾਂ ਤੁਸੀਂ ਵਿਕਾਸ ਦੀ ਰਾਜਨੀਤੀ ਚਾਹੁੰਦੇ ਹੋ, ਜੇਕਰ ਤੁਸੀਂ ਮੁੱਦਿਆਂ ਦੀ ਰਾਜਨੀਤੀ ਚਾਹੁੰਦੇ ਹੋ, ਫਿਰ ਤਾਂ ਤੁਹਾਨੂੰ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਵਰਗੇ ਲੋਕਾਂ ਨੂੰ ਅੱਗੇ ਕਰਨਾ ਹੀ ਪਏਗਾ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਫਿਰ ਉਹੀ ਗੱਲਾਂ ਹੋਣ, ਉਹੀ ਮਾਫੀਆ ਅੱਗੇ ਆਵੇ, ਉਸੇ ਪੁਰਾਣੀ ਤਰ੍ਹਾਂ ਦੇ ਲੋਕ ਅੱਗੇ ਆਉਣ, ਫਿਰ ਤੁਸੀਂ ਚਾਹੇ ਬਦਲ ਦਿਓ, ਕੋਈ ਗੱਲ ਨਹੀਂ। ਜੇਕਰ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਬਦਲ ਕੇ ਅਸੀਂ ਜਿੱਤ ਪ੍ਰਾਪਤ ਕਰ ਲਾਂਗੇ ਜਾਂ ਜ਼ਿਮਨੀ ਚੋਣਾਂ ਜਾਂ 24 ਦੇ ਵਿੱਚ ਜਿੱਤਾਂ ਪ੍ਰਾਪਤ ਕਰ ਸਕਦੇ ਹਾਂ, ਫਿਰ ਤਾਂ ਕੋਈ ਗੱਲ ਨਹੀਂ, ਬਦਲ ਦਿਓ। ਪਰ ਜੇਕਰ ਤੁਸੀਂ ਮੰਥਨ ਕਰਨਾ ਚਾਹੁੰਦੇ ਹੋ, ਔਰ ਮੈਨੂੰ ਲੱਗਦਾ ਹੈ ਕਿ ਅੱਜ ਲੋੜ ਹੈ ਕਾਂਗਰਸ ਨੂੰ ਨਵਜੋਤ ਸਿੰਘ ਸਿੱਧੂ ਵਰਗੇ ਚਿਹਰਿਆਂ ਨੂੰ ਅੱਗੇ ਲਿਆਉਣ ਦੀ, ਇਕੱਲੇ ਪੰਜਾਬ ਵਿੱਚ ਹੀ ਨਹੀਂ, ਪੂਰੇ ਹਿੰਦੁਸਤਾਨ ਲੈਵਲ ਦੇ। ਮੈਂ ਆਪਾਂ ਬਾਰ-ਬਾਰ ਕਹਿੰਦੇ ਹਾਂ ਕਿ ਜੇਕਰ 24 ਦੇ ਵਿੱਚ ਵੀ ਉਹਨਾਂ ਨੇ ਜਾਣਾ ਹੈ ਤਾਂ ਇਮਾਨਦਾਰ ਲੋਕਾਂ ਨੂੰ ਅੱਗੇ ਕਰਨਾ ਪਏਗਾ। ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੂੰ ਅੱਗੇ ਕਰਕੇ ਇੱਕ ਨੈਸ਼ਨਲ ਲੈਵਲ ਦੇ ਲੀਡਰ ਦੇ ਤੌਰ ਤੇ ਅੱਗੇ ਉਭਾਰਨਾ ਹੋਏਗਾ। ਫਿਰ ਤਾਂ ਕਾਂਗਰਸ ਜਿਹੜੀ ਹੈਗੀ ਹੈ ਬਚ ਸਕਦੀ ਹੈ। ਜੇ ਉਹੀ ਪੁਰਾਣੇ ਬੰਦਿਆਂ ਨੂੰ ਲੈ ਕੇ, ਪੁਰਾਣੀਆਂ ਗੱਲਾਂ ਨੂੰ ਲੈ ਕੇ, ਪੁਰਾਣੇ ਮੁੱਦਿਆਂ ਨੂੰ ਲੈ ਕੇ ਚੱਲਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਜਾਂ ਹਿੰਦੁਸਤਾਨ ਦੇ ਲੋਕ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਜਿਤਾ ਸਕਣਗੇ। ਸਗੋਂ ਮੈਂ ਇੱਕ ਹੋਰ ਜਿਹੜੀ ਚੇਤਾਵਨੀ ਦੇ ਰਿਹਾ ਕਿ ਜੇਕਰ ਅਗਲੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਵੀ ਚੋਣਾਂ ਹੁੰਦੀਆਂ ਨੇ, ਜਾਂ ਉੱਤਰਾਖੰਡ ਦੇ ਵਿੱਚ, ਜਾਂ ਹੋਰ ਕਿਤੇ ਸਟੇਟਾਂ ਦੇ ਵਿੱਚ, ਛੱਤੀਸਗੜ੍ਹ ਦੇ ਵਿੱਚ ਵੀ ਜਿੱਥੇ ਇਹਨਾਂ ਦੀ ਸਰਕਾਰ ਹੈਗੀ ਹੈ, ਉੱਥੇ ਚੋਣਾਂ ਹੁੰਦੀਆਂ ਨੇ, ਤਾਂ ਉੱਥੋਂ ਵੀ ਜਿਹੜੀ ਹੈਗੀ ਆ ਕਾਂਗਰਸ ਬੁਰੀ ਤਰ੍ਹਾਂ ਹਾਰੇਗੀ। ਇਹਦੀਆਂ ਸੰਭਾਵਨਾਵਾਂ ਇਸ ਵੇਲੇ ਪੂਰੀਆਂ ਤੁਸੀਂ ਦੇਖ ਸਕਦੇ ਹੋ ਕਿ ਹਿੰਦੁਸਤਾਨ ਇਸ ਵੇਲੇ ਬਦਲਾਅ ਦੇ ਦੌਰ ਚੋਂ ਗੁਜ਼ਰ ਰਿਹਾ ਹੈ, ਔਰ ਉਸ ਬਦਲਾਅ ਨੂੰ ਕਾਂਗਰਸ ਨਹੀਂ ਸਮਝ ਰਹੀ, ਔਰ ਇਸ ਕਰਕੇ ਉਹਨਾਂ ਦੇ ਪੈਰ ਲੱਗਣ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਸੁਖਵਿੰਦਰ ਜੀ, ਬਿਲਕੁਲ। ਤਾਂ ਅੱਜ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਤੇ ਭਗਵੰਤ ਸਿੰਘ ਮਾਨ ਦਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੋਡ ਸ਼ੋਅ ਹੈ, ਕਿਵੇਂ ਦੇਖਦੇ ਹੋ ਉਸ ਰੋਡ ਸ਼ੋਅ ਨੂੰ? ਕਿਉਂਕਿ ਹੁਣ ਤਾਂ ਸ਼ਕਤੀ ਪ੍ਰਦਰਸ਼ਨ ਕਰਨ ਵਾਲੀ ਗੱਲ ਨਹੀਂ, ਧੰਨਵਾਦੀ ਦੌਰਾ ਵੀ ਆਪਾਂ ਕਹਿ ਸਕਦੇ ਹਾਂ। ਕਿਵੇਂ ਦੇਖਦੇ ਹੋ ਇਸ? ਜੀ ਦੇਖੋ, ਕੋਈ ਵੀ ਪਾਰਟੀ ਜਦੋਂ ਹੁੰਦੀ ਹੈ, ਜਦੋਂ ਜਿੱਤਦੀ ਹੈ, ਤਾਂ ਉਹਦਾ ਇਹ ਨਹੀਂ ਫਰਜ਼ ਬਣਦਾ ਹੁੰਦਾ, ਜਾਂ ਇਹ ਨਹੀਂ ਉਹ ਚੰਗਾ ਲੱਗਦਾ ਕਿ ਅਸੀਂ ਤਾਂ ਜਿੱਤ ਜੇ, ਹੁਣ ਤਾਂ ਮੁੜ ਕੇ ਅਸੀਂ ਆਉਣਾ ਹੀ ਨਹੀਂ ਤੁਹਾਡੇ ਵਿੱਚ। ਸੋ ਇਹ ਧੰਨਵਾਦ ਕਰਨਾ ਇੱਕ ਸਿੰਬੋਲਿਕ ਮੈਨੂੰ ਲੱਗਦਾ ਕਿ ਇੱਕ اخلاقی ਜ਼ਿੰਮੇਵਾਰੀ ਵੀ ਹੁੰਦੀ ਹੈ ਲੀਡਰਾਂ ਦੀ, ਕਿਉਂਕਿ ਫਿਰ ਨਹੀਂ ਤਾਂ ਕੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦੇਣਾ ਸੀਗਾ ਕਿ ਦੇਖੋ ਜੀ ਕੇਜਰੀਵਾਲ ਪਹਿਲਾਂ ਤਾਂ ਬੜੇ ਗੇੜੇ ਤੇ ਗੇੜੇ ਮਾਰਦੇ ਰਹੇ, ਜਦੋਂ ਜਿੱਤ ਕੇ ਮੁੜ ਕੇ ਦਿਖਾਈ ਨਹੀਂ ਦਿੱਤੇ। ਸੋ ਇਦਾਂ ਦੀਆਂ ਗੱਲਾਂ ਤੋਂ ਬਚਣ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ। ਸੋ ਉਸ ਤੋਂ ਬਚਣ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਇੱਕ اخلاقی ਫਰਜ਼ ਨੂੰ ਸਮਝਦੇ ਹਾਂ ਕੇਜਰੀਵਾਲ ਜੀ ਪੰਜਾਬ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਅੱਜ ਦਰਸ਼ਨ ਕਰਨ ਦੇ ਲਈ, ਮੱਥਾ ਟੇਕਣ ਦੇ ਲਈ, ਲੋਕਾਂ ਦਾ ਧੰਨਵਾਦ ਕਰਨ ਦੇ ਲਈ ਆ ਰਹੇ ਨੇ। ਸੋ ਇੱਕ ਚੰਗੀ ਗੱਲ ਹੈ। ਆਪਣੇ ਦਰਸ਼ਕਾਂ ਨੂੰ ਇੱਥੇ ਕਲੀਅਰ ਕਰਨੀ ਚਾਹੁੰਦਾ ਹੈ ਕਿ ਕੱਲ ਜਦੋਂ ਅਸੀਂ ਪਟਿਆਲੇ ਦੇ ਵਿੱਚ ਸੀ ਤਾਂ ਇਸੇ ਰੋਡ ਸ਼ੋਅ ਦੇ ਲਈ 100 ਬੱਸਾਂ ਦਾ ਕਾਫਲਾ ਜਿਹੜਾ ਇੱਥੋਂ ਜਾਣਾ ਸੀਗਾ, ਤਾਂ ਦੱਸਿਆ ਜਾ ਰਿਹਾ ਸੀ ਕਿ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਲਈਆਂ ਗਈਆਂ ਨੇ 100, ਤਾਂ ਉਹ ਅਸੀਂ ਸਟੋਰੀ ਕੀਤੀ ਸੀ ਕਿ ਇਹ ਰੋਡਵੇਜ਼ ਦੀਆਂ 100 ਬੱਸਾਂ ਜਿਹੜੀਆਂ ਉਹ ਜਾ ਰਹੀਆਂ ਨੇ ਇਸ ਰੋਡ ਸ਼ੋਅ ਦੇ ਲਈ ਲੋਕ ਲੈ ਕੇ। ਤਾਂ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤਾ ਜੀ ਇਹ ਤਾਂ ਪਹਿਲਾਂ ਵੀ ਜੀ ਫਲਾਣੇ ਵੀ ਕਰ ਰਹੇ ਸੀ, ਤੁਹਾਨੂੰ ਉਦੋਂ ਕਿਉਂ ਨਹੀਂ ਦਿਖੇ? ਅਸੀਂ ਸਮੇਂ-ਸਮੇਂ ਤੇ ਉਦੋਂ ਵੀ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਚਾਹੇ ਉਹ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ, ਅਸੀਂ ਸਮੇਂ-ਸਮੇਂ ਤੇ ਸਭ ਦੀਆਂ ਜਿਹੜੀਆਂ ਖਾਮੀਆਂ ਅੱਗੇ ਲਿਆਉਂਦੇ ਰਹੇ ਹਾਂ ਤੇ ਗੱਲਬਾਤ ਲਗਾਤਾਰ ਅਸੀਂ ਕਰਦੇ ਰਹੇ ਹਾਂ। ਤੇ ਕੱਲ ਸਾਨੂੰ ਇਸ ਤਰੀਕੇ ਦੇ ਨਾਲ ਲੱਗਿਆ ਕਿ ਜੇ ਬਾਕੀ ਪਾਰਟੀਆਂ ਸਰਕਾਰੀ ਬੱਸਾਂ ਦਾ ਇਸਤੇਮਾਲ ਕਰਦੀਆਂ ਨੇ ਤਾਂ ਹੁਣ ਆਮ ਆਦਮੀ ਪਾਰਟੀ ਵੀ ਇਸ ਤਰੀਕੇ ਦੇ ਨਾਲ ਕਿਉਂ ਕਰ ਰਹੀ ਹੈ? ਤਾਂ ਇਸ ਕਰਕੇ ਉਹ ਖਬਰ ਕੀਤੀ ਸੀ। ਬਹੁਤ ਸਾਰੇ ਲੋਕ ਸਾਨੂੰ ਵੀ ਇਹ ਕਮੈਂਟ ਕਰ ਰਹੇ ਨੇ ਕਿ ਭਾਈ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ, ਪਹਿਲਾਂ ਤੁਸੀਂ ਫਲਾਣੇ ਵੀ ਐਂ ਕਰਦੇ ਸੀ, ਉਹ ਵੀ ਐਂ ਕਰਦੇ ਸੀ। ਉਹ ਭਾਈ ਜੇ ਉਹ ਐਂ ਕਰਦੇ ਸੀ ਇਸੇ ਕਰਕੇ ਤਾਂ ਉਹ ਲਾਹੇ ਨੇ, ਤੇ ਇਸੇ ਕਰਕੇ ਦੇਖੋ ਉਹਨਾਂ ਦੀਆਂ 3 ਸੀਟਾਂ ਰਹਿ ਗਈਆਂ, ਕਿਸੇ ਦੀਆਂ 18 ਰਹਿ ਗਈਆਂ, ਤੇ ਇਹਨਾਂ ਤੋਂ ਆਸ ਸੀ ਤੇ ਇਸੇ ਕਰਕੇ ਤਾਂ ਇਹਨਾਂ ਨੂੰ 92 ਦਿੱਤੀਆਂ ਨੇ। ਇਹ ਕੋਈ
ਐਕਸਕਿਊਜ਼ ਨਹੀਂ ਹੈ ਕਿ ਫਲਾਣੇ ਵੀ ਐਂ ਕਰਦੇ ਸੀ, ਫਲਾਣੇ ਵੀ ਐਂ ਕਰਦੇ ਸੀ। ਜੇ ਉਹ ਇਦਾਂ ਕਰਦੇ ਸੀ ਤਾਂ ਹੀ ਤਾਂ ਉਹ ਲਾਹੇ ਨੇ, ਤੇ ਜੇ ਇਹਨਾਂ ਤੋਂ ਇਹ ਆਸ ਨਹੀਂ ਸੀ ਤਾਂ ਹੀ ਇਹ ਬਣਾਏ ਨੇ। ਤਾਂ ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਕਿ ਚਲੋ ਸ਼ੁਰੂਆਤੀ ਦਿਨਾਂ ਦੇ ਵਿੱਚ ਕੁਝ ਗੱਲਾਂ ਬਾਤਾਂ ਸੰਭਲ ਨੂੰ ਵੀ ਥੋੜਾ ਟਾਈਮ ਲੱਗਦਾ ਹੈ, ਪਰ ਸਮੇਂ-ਸਮੇਂ ਤੇ ਜੋ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਉਹ ਕਰਦੇ ਰਹਿੰਦੇ ਹਾਂ। ਪਰ ਬਹੁਤ ਸਾਰੇ ਜਿਹੜੇ ਭਗਤ ਹੁੰਦੇ ਆ ਨਾ, ਜਿਹੜੇ ਅੰਨੇ ਭਗਤ, ਜਿਹੜੇ ਤਾਂ ਕੁਝ ਸਮਝਦੇ ਆ ਗੱਲਾਂ ਨੂੰ, ਉਹ ਤਾਂ ਠੀਕ ਹੈ, ਪਰ ਜਿਹੜੇ ਕੁਝ ਅੰਨੇ ਭਗਤ ਹੋ ਜਾਂਦੇ ਆ ਉਹ ਫਿਰ ਆਪਣੇ ਤੌਰ ਤੇ ਜਿਹੜੇ ਕਰਨੇ ਸ਼ੁਰੂ ਕਰ ਦਿੰਦੇ ਨੇ ਕਮੈਂਟ। ਤਾਂ ਹੀ ਤੇ ਇਹ ਵੱਖਰੇ ਨੇ ਦੂਜਿਆਂ ਨਾਲੋਂ। ਇਹ ਆਮ ਆਦਮੀ ਪਾਰਟੀ ਵੱਖਰੀ ਸੀ, ਇਹ ਲੋਕ ਜਿਹੜੇ ਵੱਖਰੇ ਸੀ, ਇਸੇ ਕਰਕੇ ਇਹਨੇ ਵੱਡੇ ਮੈਂਡੇਟ ਦੇ ਨਾਲ ਇਹਨਾਂ ਨੂੰ ਚੁਣਿਆ। ਇਸੇ ਕਰਕੇ 5 ਵਾਰੀਆਂ ਦੇ ਮੁੱਖ ਮੰਤਰੀ, 12 ਵਾਰੀ ਜਿੱਤਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੇ ਹਰਾਇਆ, ਗੁਰਮੀਤ ਸਿੰਘ ਖੁੱਡੀਆਂ ਨੂੰ ਜਿਤਾਇਆ। ਇਸੇ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਲਾਭ ਸਿੰਘ ਉਗੋਕੇ ਨੂੰ ਜਿਤਾਇਆ। ਇਸੇ ਕਰਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗੋਲਡੀ ਕੰਬੋਜ ਨੂੰ ਜਿਤਾਇਆ। ਯਾਨੀ ਕਿ ਲੋਕਾਂ ਦੀ ਇਹਨਾਂ ਤੇ ਆਸ ਸੀ, ਤੇ ਆਸ ਹਾਲੇ ਵੀ ਹੈ, ਕਿਉਂਕਿ ਹਾਲੇ ਤਾਂ ਸ਼ੁਰੂਆਤ ਹੋਣੀ ਹੈ। ਤੇ ਉਮੀਦ ਕਰਦੇ ਹਾਂ ਕਿ ਲੋਕਾਂ ਦੀ ਆਸ ਤੇ ਖਰੇ ਉਤਰਨਗੇ, ਤੇ ਅਸੀਂ ਵੀ ਲੋਕਾਂ ਦੇ ਨਾਲ ਅਸੀਂ ਵੀ ਜਿਹੜੀ ਇਸ ਪਾਰਟੀ ਤੋਂ ਕਾਫੀ ਜ਼ਿਆਦਾ ਉਮੀਦ ਲਗਾਈ ਬੈਠੇ ਆ। ਪਰ ਜਿਹੜੇ ਕੁਝ ਅੰਨੇ ਭਗਤ ਕੱਲ ਉਸ ਖਬਰ ਤੇ ਇਹ ਕਮੈਂਟ ਕਰ ਰਹੇ ਸੀ ਕਿ ਤੁਸੀਂ ਪਹਿਲਾਂ ਅੰਨੇ ਸੀਗੇ ਜੀ, ਤੇ ਤੁਸੀਂ ਪਹਿਲਾਂ ਦੂਜੀਆਂ ਪਾਰਟੀਆਂ ਦੇ ਨਹੀਂ ਇਦਾਂ ਕੀਤੀ। ਪਰ ਡਾਕਟਰ ਸਾਹਿਬ ਮੇਰੇ ਨਾਲ ਹੁੰਦੇ ਸੀ ਹਮੇਸ਼ਾ ਪ੍ਰੋਗਰਾਮ ਦੇ ਵਿੱਚ, ਤੇ ਜੋ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਪਰ ਜੋ ਖਾਮੀਆਂ ਸੀ, ਜਾਂ ਫਿਰ ਚਰਨਜੀਤ ਸਿੰਘ ਚੰਨੀ ਸਰਕਾਰ ਦੀਆਂ ਜੋ ਖਾਮੀਆਂ ਸੀ, ਉਹ ਵੀ ਅਸੀਂ ਲਗਾਤਾਰ ਚੁੱਕਦੇ ਰਹੇ ਹਾਂ ਤੇ ਅੱਗੇ ਵੀ ਚੁੱਕਦੇ ਰਹਾਂਗੇ। ਤੇ ਉਹ ਖਬਰ ਬਣਦੀ ਵੀ ਸੀ ਕਿ ਜੇ ਦੂਜੀਆਂ ਪਾਰਟੀਆਂ ਸਰਕਾਰੀ ਬੱਸਾਂ ਦੀ ਵਰਤੋਂ ਕਰਦੀ ਹੈ, ਜੇ ਸ਼੍ਰੋਮਣੀ ਕਮੇਟੀ ਐਸਜੀਪੀਸੀ ਦੇ ਖਾਣੇ ਦੀ ਵਰਤੋਂ ਕਰਦੀ ਹੈ, ਤਾਂ ਉਹ ਵੀ ਲਗਾਤਾਰ ਅਸੀਂ ਚੱਕੀਆਂ। ਤਾਂ ਇਹ ਅਸੀਂ ਤਾਂ ਬਣਾਏ ਆ, ਇਹ ਲੋਕਾਂ ਨੇ ਤੇ ਆਪਾਂ ਸਾਰਿਆਂ ਨੇ ਰਲ ਕੇ ਇਸ ਕਰਕੇ ਬਣਾਏ ਆ ਕਿ ਭਾਈ ਇਹ ਦੂਜਿਆਂ ਤੋਂ ਵੱਖਰੇ ਨੇ, ਤੇ ਜੇ ਇਹ ਵੀ ਇਹ ਕੰਮ ਕਰਨਗੇ ਤੇ ਫਿਰ ਬਦਲਾਵ ਕਿਸ ਕੰਮ ਦਾ। ਸੋ ਇਸ ਕਰਕੇ ਪਹਿਲਾਂ ਖਬਰ ਨੂੰ ਸਮਝਿਆ ਕਰੋ, ਫਿਰ ਉਹਦੀ ਘੋਖ ਕਰਿਆ ਕਰੋ, ਫਿਰ ਉਸ ਤੇ ਕਮੈਂਟ ਜੋ ਕਰੋਗੇ ਸਾਨੂੰ ਮਨਜ਼ੂਰ ਹੈ। ਜੀ ਡਾਕਟਰ ਸਾਹਿਬ। ਜੀ ਮੈਂ ਵੀ ਇਹੀ ਗੱਲ ਆਪਣੇ ਦਰਸ਼ਕਾਂ ਨਾਲ ਕਰਨੀ ਚਾਹੁੰਦਾ ਕਿ ਇੱਕ ਪੱਤਰਕਾਰ ਦਾ ਜਿਹੜਾ ਫਰਜ਼ ਹੁੰਦਾ ਜਾਂ ਪੱਤਰਕਾਰੀ ਦਾ ਜੋ ਫਰਜ਼ ਹੈ ਉਹ ਇਹੀ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ, ਔਰ ਇੱਕ ਚੌਕੀਦਾਰ ਦਾ ਕੰਮ ਕਰਨਾ। ਹੁਣ ਚੌਕੀਦਾਰ ਦਾ ਕੰਮ ਕੀ ਹੈ? ਇਹੀ ਹੈ ਕਿ ਹੋਕਾ ਦੇਣਾ ਭਾਈ ਕਿ ਜਾਗਦੇ ਰਹੋ, ਆਪਣੇ ਪੰਜਾਬ ਨੂੰ, ਅਸੀਂ ਪੰਜਾਬ ਨੂੰ ਬਚਾਉਣਾ ਹੈ, ਅਸੀਂ ਸਾਡੀ ਨੌਜਵਾਨੀ ਨੂੰ ਬਚਾਉਣਾ ਹੈ, ਅਸੀਂ ਆਪਣੀ ਕਿਸਾਨੀ ਨੂੰ ਬਚਾਉਣਾ ਹੈ, ਆਪਣੇ ਪਾਣੀਆਂ ਨੂੰ ਬਚਾਉਣਾ ਹੈ, ਅਸੀਂ ਵਾਤਾਵਰਨ ਨੂੰ ਬਚਾਉਣਾ ਹੈ, ਅਸੀਂ ਆਪਣਾ ਜਿਹੜੇ ਸਾਡੇ ਕੀਮਤੀ ਸਾਡੀ ਟਰਾਂਸਪੋਰਟ ਜਿਹੜੀ ਹੈਗੀ ਆ ਉਹਨੂੰ ਬਚਾਉਣਾ ਹੈ, ਸਾਡੀ ਜਿਹੜੀ ਹੈਗੀ ਆ ਸਾਡੀ ਰੇਤਾ ਬਜਰੀ ਦੀ ਚੋਰੀ ਹੁੰਦੀ ਰਹੀ ਹੈ ਉਹਨੂੰ ਬਚਾਉਣਾ ਹੈ। ਅਸੀਂ ਸਾਰੀਆਂ ਚੀਜ਼ਾਂ ਨੂੰ ਬਚਾ ਕੇ ਰੱਖਣਾ। ਉਹ ਤਾਂ ਹੀ ਬਚ ਸਕਦਾ ਹੈ ਜੇਕਰ ਪੱਤਰਕਾਰ ਜਿਹੜੇ ਨੇ ਉਹ ਚੇਤਨ ਹੋ ਕੇ ਔਰ ਕਿਸੇ ਇੱਕ ਪਾਰਟੀ ਦੇ ਨੁਮਾਇੰਦੇ ਨਾ ਹੋ ਕੇ ਉਹ ਪੰਜਾਬ ਦੇ ਨੁਮਾਇੰਦੇ ਹੋਣ, ਪੰਜਾਬ ਦੇ ਲੋਕਾਂ ਦੇ ਨੁਮਾਇੰਦੇ ਹੋਣ, ਫਿਰ ਤਾਂ ਜਿਹੜਾ ਹੈਗਾ ਪੱਤਰਕਾਰੀ ਦਾ ਅਸਲ ਮੀਨਿੰਗ ਬਣਦਾ ਹੈ। ਜੇਕਰ ਆਪਾਂ ਬਾਇਸ ਹੋ ਕੇ ਚੱਲਾਂਗੇ ਕਿ ਇਹ ਤਾਂ ਭਾਈ ਅਸੀਂ ਤਾਂ ਕਿਉਂਕਿ ਹੁਣ ਆਮ ਆਦਮੀ ਪਾਰਟੀ ਜਾਂ ਫਲਾਣੇ ਦੇ ਨਾਲ, ਫਿਰ ਜਿਹੜੀ ਹੈਗੀ ਹੈ ਪੱਤਰਕਾਰੀ ਦੀ ਜਿਹੜੀ ਦਿੱਕਤ ਆ ਸਕਦੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਲੋਕ ਨਾਥ ਨੇ ਹਮੇਸ਼ਾ ਹੀ ਲੋਕਾਂ ਦੇ ਨਾਲ ਖੜ ਕੇ ਜਿਹੜੀ ਹੈਗੀ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਚਾਹੇ ਕੋਈ ਵੀ ਹੋਵੇ, ਚਾਹੇ ਉਹ ਚੰਗੇ ਬੰਦੇ ਨੇ, ਚਾਹੇ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਤਾਰੀਫ ਕਰਦੇ ਆ, ਉਹਨਾਂ ਦੀ ਕਿਉਂ ਬਾਰ-ਬਾਰ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹ ਇਸ ਲਈ ਦੀ ਵੀ ਆਪਾਂ ਕਰਦੇ ਰਹੇ ਹਾਂ, ਭਗਵੰਤ ਮਾਨ ਦੀ ਕਿਉਂ ਤਾਰੀਫ ਕਰਦੇ ਆ ਕਿ ਇਦਾਂ ਦੇ ਲੋਕਾਂ ਨੂੰ, ਜੀ ਇਦਾਂ ਦੇ ਲੋਕਾਂ, ਕਿਉਂਕਿ ਉਹਨਾਂ ਕੋਲ ਇੱਕ ਮਾਡਲ ਹੈ ਪੰਜਾਬ ਨੂੰ ਬਚਾਉਣ ਦੇ ਲਈ। ਉਹ ਸੰਜੀਦਾ ਨੇ, ਉਹ ਸੀਰੀਅਸ ਨੇ, ਉਹ ਇਹ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ। ਅਸੀਂ ਬਾਰ-ਬਾਰ ਇਸ ਗੱਲ ਦੇ ਲਈ ਜਿਹੜੇ ਲੋਕਾਂ ਨੂੰ ਕਹਿੰਦੇ ਰਹੇ ਆ, ਆਪਣੇ ਦਰਸ਼ਕਾਂ ਨੂੰ ਕਹਿੰਦੇ ਰਹੇ ਆ। ਸੋ ਆਪਣੀ ਪੰਜਾਬ ਦੇ ਲੋਕ ਜਿਹੜੇ ਦੋ ਹੀ ਲੋਕਾਂ ਨੂੰ ਪਸੰਦ ਕਰਦੇ ਸੀਗੇ, ਉਹ ਨਵਜੋਤ ਸਿੰਘ ਸਿੱਧੂ ਸੀ ਤੇ ਦੂਜੇ ਭਗਵੰਤ ਸਿੰਘ ਮਾਨ ਸੀ। ਤੇ ਜਦੋਂ ਲੋਕਾਂ ਨੇ ਜਦੋਂ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਕਰਤਾ, ਤੇ ਉਹ ਸਾਰੇ ਲੋਕ ਜਿਹੜੇ ਭਗਵੰਤ ਸਿੰਘ ਮਾਨ ਦੇ ਆਲੇ ਦੁਆਲੇ ਇਕੱਠੇ ਹੋ ਗਏ ਤੇ ਆਪਣੀ ਗੱਲ ਤੇ ਉਸ ਤੇ ਮੋਹਰ ਵੀ ਲੱਗੀ ਹੈ, ਤੇ ਅਸੀਂ ਲਗਾਤਾਰ ਇਹ ਗੱਲ ਕਹਿੰਦੇ ਰਹੇ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਇਸੇ ਲਈ ਵੱਧ ਸੁਣਿਆ ਜਾਂਦਾ ਹੈ, ਇਸੇ ਲਈ ਤੁਸੀਂ ਬਾਕੀ ਪ੍ਰੋਗਰਾਮਾਂ ਦੇ ਜਿਹੜੇ ਬਾਕੀ ਚੈਨਲ ਵੀ ਚਲਾਉਂਦੇ ਆ, ਔਰ ਲੋਕ ਸਾਨੂੰ ਇਸ ਲਈ ਜ਼ਿਆਦਾ ਸੁਣਦੇ ਆ ਕਿ ਅਸੀਂ ਇੱਕ ਪਾਸੜ ਹੋ ਕੇ ਐਨਾਲਿਸਿਸ ਨਹੀਂ ਕਰਦੇ। ਅਸੀਂ ਜੋ ਸੱਚ ਹੈ, ਜੋ ਪੰਜਾਬ ਦੇ ਲਈ, ਜੋ ਪੰਜਾਬ ਨੂੰ ਚਾਹੀਦਾ ਹੈ, ਪੰਜਾਬ ਦੇ ਲੋਕਾਂ ਨੂੰ ਚਾਹੀਦਾ, ਪੰਜਾਬੀਆਂ ਨੂੰ ਚਾਹੀਦਾ, ਅਸੀਂ ਉਹਨਾਂ ਮੁੱਦਿਆਂ ਤੇ ਗੱਲ ਕਰਦੇ ਹਾਂ ਔਰ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ। ਉਹਨਾਂ ਲੋਕਾਂ ਨੂੰ ਅਸੀਂ ਤੁਹਾਡੇ ਸਾਹਮਣੇ ਅੱਗੇ ਲਿਆਉਣਾ ਚਾਹੁੰਦੇ ਹਾਂ ਕਿ ਉਹ ਅੱਗੇ ਆਉਣ, ਨਾ ਕਿ ਜਿਹੜੇ ਨੇ ਮਾਫੀਆ ਅੱਗੇ ਆਵੇ, ਨਾ ਕਿ ਜਿਹੜੇ ਫਰਾਡ ਬੰਦੇ ਨੇ ਉਹ ਅੱਗੇ ਆਉਣ। ਇਹ ਹਮੇਸ਼ਾ ਹੀ ਅਸੀਂ ਜਿਹੜਾ ਹੈਗਾ ਇਹਨਾਂ ਤੋਂ ਨਕਾਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਹਾਡੀ ਜਿਹੜੀ ਕੱਲ ਦੀ ਜਿਹੜੀ ਖਬਰ ਸੀਗੀ ਉਹ ਬਹੁਤ ਇੰਪੋਰਟੈਂਟ ਖਬਰ ਸੀਗੀ, ਆਮ ਆਦਮੀ ਪਾਰਟੀ ਲਈ ਵੀ, ਪੰਜਾਬੀਆਂ ਲਈ ਵੀ। ਔਰ ਅਸੀਂ ਉਮੀਦ ਕਰਦੇ ਹਾਂ ਸੁਖਵਿੰਦਰ ਜੀ ਕਿ ਤੁਸੀਂ ਇਸੇ ਤਰ੍ਹਾਂ
ਦੀਆਂ ਖਬਰਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੈ ਕੇ ਆਉਂਦੇ ਰਹਾਂਗੇ। ਸੋ ਆਪਣਾ ਫਰਜ਼ ਜਿਹੜਾ ਹੈਗਾ ਉਹ ਇਹੀ ਬਣਦਾ ਹੈ ਬਿਲਕੁਲ ਕਿ ਅਸੀਂ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਹੈ ਉਹਦੇ ਉੱਤੇ ਉਂਗਲ ਉਠਾਈਏ ਔਰ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਜਾਈਏ ਔਰ ਲੋਕਾਂ ਨੂੰ ਚੇਤਨ ਕਰੀਏ, ਲੋਕਾਂ ਨੂੰ ਕੌਨਸ਼ੀਅਸ ਕਰੀਏ। ਇਹੀ ਇੱਕ ਚੰਗੇ ਪੱਤਰਕਾਰ ਹੋਣ ਦਾ ਫਰਜ਼ ਹੈ ਔਰ ਉਹ ਤੁਸੀਂ ਫਰਜ਼ ਬਹੁਤ ਵਧੀਆ ਨਿਭਾਇਆ ਹੈ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੁਖਵਿੰਦਰ ਜੀ। ਥੈਂਕ ਯੂ ਸਰ। ਤਾਂ ਆਪਾਂ ਅੱਗੇ ਵੀ ਇਸੇ ਤਰ੍ਹਾਂ ਤਰੀਕੇ ਦੇ ਨਾਲ ਜਿਹੜੇ ਫਰਜ਼ ਹੈ ਉਹ ਨਿਭਾਉਂਦੇ ਰਹਾਂਗੇ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਹਨਾਂ ਅਹਿਮ ਖਬਰਾਂ ਤੇ ਸਾਡਾ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਆਪਣੇ ਕੀਮਤੀ ਵਿਚਾਰ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਕੀਮਤੀ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।